हाँ जी, आवाज़ आ रही जी। हाँ जी, हाँ जी। हाँ जी, बोलो। बहुत ही प्यारे सतगुरु जी की प्यारी प्यारी साध संगत जी, धाम धन सतगुरु तेरा ही आसरा। गुरु प्यारी साध संगत जी, जिवें आपां नूं सारिआं नूं पता ही है भी 20 दसंबर तो लैके 28 दसंबर तक दा जिहड़ा पूरा हफ्ता हुंदा है, ਇਹ ਸਾਹਿਬ श्री गुरु गोबिंद सिंह जी ਦੇ ਨਾਲ, ਉਹਨਾਂ ਦੇ ਸਾਹਿਬਜ਼ਾਦਿਆਂ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਜਿਹੜਾ ਇਹ ਹਫ਼ਤਾ ਹੈ। ਇਸ ਹਫ਼ਤੇ ਦੇ ਵਿੱਚ ਹੀ ਸਾਹਿਬ श्री गुरु गोबिंद सिंह जी ਨੂੰ आनंदपुर साहब का किला छड्डना पिया 20 तरीक ਨੂੰ। ਉਸ ਤੋਂ ਬਾਅਦ ਸਰਸਾ ਨਦੀ ਤੇ ਕਿਵੇਂ ਸਾਰਾ ਪਰਿਵਾਰ ਆ ਜਿਹੜਾ ਉਹ ਵਿਛੜ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਛੋਟੇ ਸਾਹਿਬਜ਼ਾਦੇ ਆ ਤੇ ਮਾਤਾ ਗੁਜਰੀ ਜੀ ਉਹ ਅਲੱਗ ਹੋ ਜਾਂਦੇ ਆ ਤੇ ਵੱਡੇ ਸਾਹਿਬਜ਼ਾਦੇ ਜਿਹੜੇ ਉਹ ਅਲੱਗ ਹੋ ਜਾਂਦੇ ਆ, ਉਹ ਗੁਰੂ ਪਿਤਾ ਜੀ ਦੇ ਨਾਲ ਹੀ ਰਹਿੰਦੇ ਆ। ਤਾਂ ਬਾਅਦ ਦੇ ਵਿੱਚ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ। ਤਾਂ ਛੋਟੇ ਸਾਹਿਬਜ਼ਾਦੇ ਆਪਾਂ ਨੂੰ ਪਤਾ ਹੀ ਹੈ ਕਿ ਕਿਵੇਂ ਉਹਨਾਂ ਨੂੰ ਜਿਹੜੇ ਅਤਿਆਚਾਰੀ ਰਾਜੇ ਨੇ ਉਸ ਟਾਈਮ ਦੇ ਨੇ ਕਿਵੇਂ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ। ਸਾਰੇ ਸਾਹਿਬਜ਼ਾਦਿਆਂ ਨੂੰ ਆਪਾਂ ਲੱਖ ਲੱਖ ਸਜਦਾ ਕਰਦੇ ਹਾਂ। ਧੰਨ ਉਹ ਛੋਟੇ ਛੋਟੇ ਬੱਚੇ ਇੰਨੀ ਠੰਡ ਦੇ ਵਿੱਚ, ਜਿਹੜੇ ਪਹਿਲਾਂ ਠੰਡੇ ਬੁਰਜ ਦੇ ਵਿੱਚ ਰਹੇ ਆਪਣੀ ਦਾਦੀ ਦੇ ਨਾਲ, ਤੇ ਉਸ ਤੋਂ ਬਾਅਦ ਇਹੀ ਨਹੀਂ ਉਹਨਾਂ ਤੇ ਬਹੁਤ ਜ਼ਿਆਦਾ ਮੁਸੀਬਤਾਂ ਆਈਆਂ। ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਆਪਾਂ ਉਹਨਾਂ ਨੂੰ ਕਸ਼ਟ ਦਿੱਤੇ ਗਏ, ਨਿੱਕੇ ਨਿੱਕੇ ਬੱਚਿਆਂ ਨੂੰ ਕਿਵੇਂ ਨੰਗੇ ਪੈਰੀ ਤੋੜਿਆ ਗਿਆ, ਕਿਵੇਂ ਕੰਡਿਆਂ ਤੇ ਉਹਨਾਂ ਨੂੰ ਤੋੜਿਆ ਗਿਆ, ਕਿਵੇਂ ਉਹਨਾਂ ਦੇ ਪੈਰ ਵੀ ਛਿੱਲ ਗਏ ਸੀ। ਤਾਂ ਬਹੁਤ ਸਾਰੇ ਅਤਿਆਚਾਰ ਜਿਹੜੇ ਉਸ ਟਾਈਮ ਦੇ ਸੂਬਾ ਸਰਹੰਦ ਨੇ ਕੀਤੇ ਸੀ। ਪਰ ਫਿਰ ਵੀ ਦੇਖੋ, ਉਹਨਾਂ ਬੱਚਿਆਂ ਦੀ ਬਹਾਦਰੀ ਆਪਾਂ ਨੂੰ ਵੀ ਫਰਜ਼ ਬਣਦਾ, ਆਪਣਾ ਵੀ ਫਰਜ਼ ਬਣਦਾ ਉਹਨਾਂ ਬੱਚਿਆਂ ਦੀ ਬਹਾਦਰੀ ਤੋਂ ਆਪਾਂ ਵੀ ਕੁਝ ਸਿੱਖੀਏ। ਮਤਲਬ ਧਰਮ ਦੀ ਖਾਤਰ, ਸੱਚ ਦੀ ਖਾਤਰ ਕਿਵੇਂ ਇੱਕ 7 ਤੇ 9 ਸਾਲ ਦੇ ਜਿਹੜੇ ਸਾਹਿਬਜ਼ਾਦੇ ਹੈ ਉਹ ਡੋਲਦੇ ਨਹੀਂ ਹੈ, ਘਬਰਾਉਂਦੇ ਨਹੀਂ ਹੈ। ਬਿਲਕੁਲ ਐਡਾ ਵੱਡਾ ਸੂਬਾ ਸਰਹੰਦ, ਐਡੀ ਉਹਦੀ ਫੌਜ ਖੜੀ, ਐਡੇ ਐਡੇ ਜਿਹੜੇ ਹੈਗੇ ਆ ਉਹਦੇ ਜਲਾਦ ਖੜੇ ਆ ਸਾਹਮਣੇ, ਪਰ ਫਿਰ ਵੀ ਉਹ ਅਡੋਲ ਰਹਿੰਦੇ ਹੈ। ਸਾਡੇ ਲਈ ਬਹੁਤ ਵੱਡੀ, ਸਾਰੀ ਦੁਨੀਆ ਲਈ ਵੈਸੇ ਤਾਂ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਪ੍ਰੇਰਨਾਦਾਇਕ ਹੈ, ਪਰ ਸਾਡੇ ਲਈ ਜਦੋਂ ਸਾਡੇ ਆਪਣੇ ਗੁਰੂ ਤੇ ਐਡੀ ਵੱਡੀ ਮੁਸੀਬਤ ਪਈ ਹੋਈ ਹੈ ਤਾਂ ਸਾਡੇ ਲਈ ਜਿਹੜੀ ਇਹ ਸ਼ਹੀਦੀ ਹੋਰ ਵੀ ਪ੍ਰੇਰਨਾਦਾਇਕ ਬਣ ਜਾਂਦੀ ਹੈ। ਸਾਡਾ ਵੀ ਫਿਰ ਉਦੋਂ ਸਾਡੇ ਅੰਦਰ ਵੀ ਇਹ ਭਾਵਨਾ ਜਾਗਣੀ ਚਾਹੀਦੀ ਹੈ ਕਿ ਚਾਹੇ ਕੁਝ ਵੀ ਹੋਵੇ, ਜਿਵੇਂ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਧਰਮ ਤੇ ਚੱਲਦਿਆਂ ਆਵੇ ਆਣ ਤੇ ਕਦੇ ਨਾ ਛੱਡੀਏ ਧਰਮ ਦੀ ਬਾਣ। ਭਾਵੇਂ ਧਰਮ ਦੀ ਖਾਤਰ, ਸੱਚ ਦੀ ਖਾਤਰ ਲੜਦਿਆਂ ਬੰਦਾ ਸ਼ਹੀਦ ਵੀ ਕਿਉਂ ਨਾ ਹੋ ਜੇ, ਪਰ ਕਦੇ ਵੀ ਸੱਚ ਤੇ ਧਰਮ ਨੂੰ ਜਿਹੜਾ ਉਹ ਨਹੀਂ ਛੱਡਣਾ ਚਾਹੀਦਾ। ਤੇ ਗੁਰੂ ਪਿਤਾ ਜੀ ਇੱਕ ਹੋਰ ਵੀ ਵਚਨ ਕਰਿਆ ਕਰਦੇ ਸੀ ਕਿ ਬੇਟਾ, ਜਿੱਥੇ ਸੱਚ ਹੁੰਦਾ ਉੱਥੇ ਖੁਦਾ, ਉੱਥੇ ਸਤਿਗੁਰ ਆਪ ਖੜਾ ਹੁੰਦਾ। ਤਾਂ ਸਤਿਗੁਰ ਦੀ ਜਿੱਥੇ ਆਪ ਹਾਜ਼ਰੀ ਹੋ ਜਾਂਦੀ ਹੈ, ਫਿਰ ਤਾਂ ਪਿੱਛੇ ਹਟਣ ਦਾ ਮਤਲਬ ਹੀ ਨਹੀਂ ਹੁੰਦਾ। ਇਸੇ ਕਰਕੇ ਆਪਣੇ ਸ਼ਬਦਾਂ ਦੇ ਵਿੱਚ ਗੁਰੂ ਪਿਤਾ ਜੀ ਨੇ ਲਿਖਿਆ ਵੀ ਬਣ ਕੇ ਪ੍ਰੇਮੀ ਫਿਰ ਦਿਲ ਨੂੰ ਡਲਾਉਣਾ ਕੀ, ਅੱਗੇ ਨੂੰ ਵਧਾ ਕੇ ਪੈਰ ਪਿੱਛੇ ਨੂੰ ਹਟਾਉਣਾ ਕੀ। ਜਦੋਂ ਸੱਚ ਦੇ ਮਾਰਗ ਤੇ, ਧਰਮ ਦੇ ਮਾਰਗ ਤੇ ਅੱਗੇ ਪੈਰ ਵਧਾ ਹੀ ਲਿਆ ਤੇ ਫਿਰ ਪਿੱਛੇ ਹਟਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਚਾਹੇ ਕੋਈ ਜਿੰਨੀਆਂ ਸਜ਼ਾਵਾਂ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਦਿੱਤੀਆਂ ਸੂਬਾ ਸਰਹੰਦ ਨੇ, ਉਹਨਾਂ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ, ਕਿ ਨਾ ਹੀ ਅਜੇ ਤੱਕ ਕਿਸੇ ਆਪਣੀ ਸੰਗਤ ਨੂੰ, ਇੱਕ ਨੂੰ ਵੀ ਮੈਂ ਨਹੀਂ ਦੇਖਿਆ ਕਿ ਇਸ ਤਰ੍ਹਾਂ ਦੀ ਕਿਸੇ ਨੂੰ ਕੋਈ ਸਜ਼ਾ ਮਿਲੀ ਹੋਵੇ ਜਿੰਨੀਆਂ ਇਹਨਾਂ ਛੋਟੇ ਛੋਟੇ ਬੱਚਿਆਂ ਤੇ ਜੋ ਅਤਿਆਚਾਰ ਹੋਇਆ। ਪਰ ਫਿਰ ਵੀ ਉਹਨਾਂ ਦਾ ਅਡੋਲ ਰਹਿਣਾ ਤੇ ਦੁਨੀਆ ਨੂੰ ਇੱਕ ਬਹੁਤ ਵੱਡੀ ਸਿੱਖਿਆ ਦੇ ਕੇ ਜਾਣਾ। ਇੰਨਾ ਹੀ ਨਹੀਂ, ਚਮਕੌਰ ਦੀ ਗੜੀ ਦੇ ਵਿੱਚ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਦਾ ਪੀਰ ਬਣ ਕੇ ਨਿਕਲ ਜਾਂਦੇ ਹੈ ਤਾਂ ਸੁਬਾਹ ਮਤਲਬ ਕਿਸੇ ਭਗਤ ਦੇ ਘਰੇ ਜਾਂਦੇ ਆ। 4 ਵਜੇ ਉਹ ਕਿਸੇ ਬਿਲਕੁਲ ਇਕੱਲੇ ਕਿਸੇ ਭਗਤ ਦੇ ਘਰ ਜਾਂਦੇ ਆ। ਤਾਂ ਉਸ ਵੇਲੇ ਉਹ ਦਰਵਾਜ਼ਾ ਖੜਕਾਉਂਦੇ ਆ ਕਿਸੇ ਭਗਤ ਦਾ, ਉਸ ਭਗਤ ਦਾ ਖੜਕਾਉਂਦੇ ਆ ਜਿਹੜਾ ਆਪਣੇ ਆਪ ਨੂੰ, ਜਿਵੇਂ ਅੱਜ ਕੱਲ੍ਹ ਪਿਤਾ ਕਹਿੰਦੇ ਨਾ ਫੰਨੇ ਖਾਂ, ਕਹਿੰਦੇ ਵੀ ਅਸੀਂ ਸਭ ਤੋਂ ਵੱਡੇ ਸੇਵਾਦਾਰ ਹੈ, ਤੇ ਜੋ ਅਨੰਦਪੁਰ ਸਾਹਿਬ ਦੇ ਵਿੱਚ ਰਾਸ਼ਨ ਪਾਣੀ ਲੈ ਕੇ ਜਾਂਦਾ ਸੀ ਹਰ ਮਹੀਨੇ ਤੇ ਬਹੁਤ ਸੇਵਾ ਕਰਦਾ ਸੀ। ਤਾਂ ਜਦੋਂ ਉਹਦਾ ਕੁੰਡਾ ਖੜਕਾਇਆ ਤਾਂ ਉਹਦੇ ਨੌਕਰ ਨੇ ਉਹਨੂੰ ਖੋਲਿਆ। ਤਾਂ ਉਹਦੇ ਨੌਕਰ ਨੂੰ ਜਦੋਂ ਗੁਰੂ ਸਾਹਿਬ ਨੇ ਦੱਸਿਆ ਕਿ ਕੀ ਤੇਰਾ ਮਾਲਕ ਘਰੇ ਹੈ, ਤਾਂ ਉਹ ਕਹਿੰਦਾ ਵੀ ਹਾਂ, ਉੱਪਰ ਚੁਬਾਰੇ ਦੇ ਵਿੱਚ ਸੁੱਤਾ ਪਿਆ। ਤਾਂ ਗੁਰੂ ਸਾਹਿਬ ਕਹਿੰਦੇ ਭਈ ਜਾ ਕੇ ਦੱਸ ਫਿਰ ਵੀ ਅਸੀਂ ਆਏ ਹਾਂ। ਤਾਂ ਨੌਕਰ ਨੇ ਪੁੱਛਿਆ ਵੀ ਤੁਸੀਂ ਕੌਣ ਹੈ? ਜਦੋਂ ਗੁਰੂ ਸਾਹਿਬ ਨੇ ਦੱਸਿਆ ਵੀ ਆਪਣਾ ਵੀ ਅਸੀਂ ਅਨੰਦਪੁਰ ਸਾਹਿਬ ਤੋਂ ਆਏ ਹਾਂ, ਤਾਂ ਦੱਸ ਜਾ ਕੇ ਆਪਣੇ
मालक नूं। तां गुरु प्यारी साध संगत जी जदों जाके नौकर ने मालक नूं दस्सिया, ओह सेवादार नूं दस्सिया कि इस तरह गुरु साहब आए ते इस हालत दे विच बिल्कुल कल्ले है, तां मतलब हैरानी हुई। आपां अज दा समां कहने आ भी अज गुरु पिता जी दे नाल कोई नहीं खड़ा हो रहा, तां उस टाइम भी गुरु साहिबानां दे नाल कोई नहीं खड़ा हुंदा सी। तां उस मालक ने अपने नौकर नूं पुछया, कहंदा तूं आए तां नहीं कहता भी मैं घरे आ? ओह कहंदा भी मैं तां 10 साल भी उपर सुत्ता पिया। ते कहंदा चंगा जाके कहंदा उन्हां नूं कह दे भी जदों मैनूं दर्शन करन दी लोड़ होਊ ना मैं आनंदपुर साहब आके आपे ही दर्शन कर लूंगा। ते इह कह के ओह सौ गया। देखो कमाल है, घरे चल के सतगुर खुद आया होवे ते ओह अपने आप नूं वड्डा सेवादार भी समझदा होवे ते कित्थे तां मतलब कि गुरु दी मुसीबत आप दी मुसीबत समझ के ते इन्ना ठंड दा महीना ते इन्ने सुबह 4 वजे गुरु साहब आए ते इन्ने ठंड दे विच ते कित्थे तां तूं ओहदी आपदी गुरु दी साम संभाल करनी ते कित्थे इह कह के नौकर नूं मोड़दा भी जा कहंदा कह दे भी जदों मैनूं दर्शन करन दी लोड़ होई तां मैं आनंदपुर साहब जाके आपे दर्शन कर लूंगा। तो गुरु प्यारी साध संगत जी नौकर ने बड़े रोंदे हुए आके फिर गुरु साहब नूं जवाब दिता जो मालक ने दिता। ते बाद दे विच नौकर कहंदा मैनूं अफसोस है कि मेरे कोल घर नहीं है, जे मेरे कोल घर हुंदा तां मैं तुहानूं अपने घर दे विच रखदा। ते ओहदे कोल जिवें अंगीठी टाइप कुछ सी लोहे दा थोड़ा जिहा, ओहने गुरु साहब नूं फिर भेंट करता। कहंदा जी मेरे कोल तां इही है, तुसीं कहंदा इहदे च अग पा के ते कहंदा भी तुसीं रख इहनूं सेक लै सकदे हो इहदा। तां गुरु प्यारी साध संगत जी अज जो गुरु पिता जी ते आपां हुण देखदे हैं कि हक और सच की लड़ाई दे विच बहुत थोड़ी संगत है जिहड़ी अज गुरु पिता जी दे हक दे विच खड़ी है। इतिहास अपने आप नूं दोहराउंदा है, जदों जदों भी गुरु पीरां ते मुसीबत आउंदी है, भीड़ बनदी है तां बहुत घट शिश हुंदे आ जिहड़े सिख हुंदे आ जां प्रेमी हुंदे आ जिहड़े सतगुर दे नाल उस टाइम खड़े हुंदे आ। ते जे कोई खड़े हुंदे आ तां इह समझो कि उन्हां दे बहुत वड्डे भाग है ते जां फिर ओहदे गुरु दी ओहदे ते अपार रहमत है। परम पिता जी ने इसे करके एवें नहीं बचन कीते भी प्रेमी प्रेमी हर कोई कहंदा बहुते प्रेमी गप्पी ते प्रेमी टप समुंदर जांदे ते थवाड़ ना जांदी टप्पी। जे सारे प्रेमी मतलब कि गुरु भगती वाले हुंदे ते परम पिता जी कदे भी ये वचन नहीं करदे सी कि बहुते प्रेमी गप्पी। ਇਹਦਾ मतलब ਜਿਹੜੀ ਬਹੁ ਗਿਣਤੀ ਸੰਗਤ ਹੈ ਉਹ ਗੱਪਾਂ ਦੀ ਨਿਕਲਦੀ ਅੱਜ ਆਪਣੇ ਸਾਹਮਣੇ ਵਚਨ ਪੂਰੇ ਹੋ ਰਹੇ। ਪਹਿਲਾਂ ਆਪਾਂ ਨੂੰ ਐਂ ਲੱਗਦਾ ਸੀ ਵੀ ਨਹੀਂ ਇਹ ਕਿਵੇਂ ਹੋ ਸਕਦਾ ਹੈ, ਤਾਂ ਪਰ ਅੱਜ ਆਪਾਂ ਆਪਣੀਆਂ ਅੱਖਾਂ ਦੇ ਨਾਲ ਸਾਰੇ ਵਚਨ ਪੂਰੇ ਹੁੰਦੇ ਦੇਖ ਰਹੇ ਹਾਂ। जो परम पिता जी ने वचन किए एक एक वो पूरा हो रहा। मस्ताना जी महाराज ने जो वचन किया हमारे बाद सैकड़ों गुरु बनना चाहते हैं वो अपने सामने एक एक पूरा हो रहा है। ते हजूर महाराज ने जो वचन किए है वो भी पूरे हो रहे ते बाकी के जेडे होर वचन किए हुए वो भी आने वाले टाइम दे विच जरूर पूरे होणगे। जो गुरु पिता जी ने देखो प्रसाद नूं लैके वचन किए सी उस टाइम आपां नूं बिल्कुल समझ नहीं लगदी सी। आपां नूं लगदा सी पता नहीं कौन है जो प्रसाद देई जांदा जां कौन होऊगा जितों लैके संगत प्रसाद खा रही है जां खाऊगी। पर हुण जदों पिता जी दे वचन सुनदे आ वार वार जो गुरु पिता जी वचन सुनते हैं तो वार वार आपां हर बारी कोई ना कोई नवी गल जरूर पता लगती है। हर तरह का पिता जी वचन करके गए आ। साध संगत नूं बहुत प्रसाद नूं लैके गुरु पिता जी बहुत सावधान करके गए। इत्थों तक कह देना कि इहो जिहे कैमिकल आउंदे जिहदे नाल तुहाडा माइंड वॉश हो सकता है, तुसीं पागल। गुरु पिता जी ने अपने मुखारबिंद तो पागल शब्द जे वचन कीते तो आपां देख रहे हैं अज किवें साध संगत अपने गुरु नूं छड्ड के एक नकली दे पिछे किवें पागल बनी हुई है, किवें साध संगत दा माइंड वॉश होया। ये सारियां गल्लां गुरु पिता जी दे भी वचन भी जिहड़ा प्रसाद दिंदा भाई ओह इहो जिहा कैमिकल पा दिंदा है, जिहड़ा खांदा ओह ओहदे पिछे ही लग जांदा भी देण वाले दे पिछे ही लग जांदा। ओह भी अज आपां देख रहे हैं कि किवें देण वाले दे पिछे किवें मना मोही क्वांटलां दे क्वांटल प्रसाद पहलां साध संगत नूं दित्ता गया ते फिर किवें अज ओहदा रिजल्ट अपने सामने है। गुरु पिता जी दा एक एक जिहड़ा वचन है पूरा हो रहा है। अपने बंदे तो रब दे विच भी वचन लिखे और गुरु पिता जी ने भी स्टेज तो कई बारी वचन किए हुए हैं कि कलयुग दे विच गुरु वचन मनना सब तो वड्डी भगती है।
ਤਾਂ ਸਭ ਤੋਂ ਵੱਡੀ ਭਗਤੀ ਕਿਵੇਂ ਛੱਡਤੀ ਸਾਧ ਸੰਗਤ ਨੇ, ਗੁਰੂ ਪਿਤਾ ਜੀ ਨੇ ਜੋ ਵਚਨ ਕੀਤੇ ਪ੍ਰਸ਼ਾਦ ਨਹੀਂ ਕਿਸੇ ਤੋਂ ਲੈ ਕੇ ਖਾਣਾ, ਤੇ ਕਿਵੇਂ ਸੰਗਤ ਅੱਜ ਦੁੱਧ ਦੇ ਵਿੱਚ ਬਰਫੀਆਂ ਘੋਲ ਘੋਲ ਤੇ ਟੌਫੀਆਂ ਘੋਲ ਘੋਲ ਕੇ ਵੀ ਪੀ ਜਾ ਰਹੀ ਹੈ, ਜਦੋਂ ਕਿ ਇਹ ਤਾਂ ਕਦੇ ਡੇਰਾ ਸੱਚਾ ਸੌਦਾ ਦਾ ਅਸੂਲ ਹੀ ਨਹੀਂ ਸੀਗਾ ਕਿ ਕਿਸੇ ਨੂੰ ਦੁੱਧ ਦੇ ਵਿੱਚ ਬਰਫੀ ਘੋਲ ਕੇ ਦੇਣਾ ਜਾਂ ਦੁੱਧ ਦੇ ਵਿੱਚ ਮਤਲਬ ਟੌਫੀਆਂ ਘੋਲ ਘੋਲ ਦੇਣਾ। ਤੇ ਇਹ ਅੱਜ ਵੀ ਡੇਰੇ ਦੇ ਅੰਦਰ ਹੋਇਆ, ਅੱਜ ਵੀ ਯੂਥ ਵਰਾਂਗਨਾਵਾਂ ਨੂੰ ਜਿਹੜੀ ਹੈਗੀ ਹੈ ਦੁੱਧ ਦੇ ਵਿੱਚ ਬਰਫੀ ਘੋਲ ਕੇ ਜਿੱਦਾਂ ਪ੍ਰਸ਼ਾਦ ਦਿੱਤਾ ਗਿਆ, ਇਹ ਕਹਿ ਕੇ ਵੀ ਯੂਪੀ ਵਾਲੇ ਦਾ ਪ੍ਰਸ਼ਾਦ ਵੀ ਜੇਲ੍ਹ ਚੋਂ ਆਇਆ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਪਿਤਾ ਜੀ ਇੱਕ ਹੋਰ ਵਚਨ ਕਰਦੇ ਹੁੰਦੇ ਸੀ ਵੀ ਗੁਰੂ ਵਿਚਾਰਾ ਕਿਆ ਕਰੇ ਜਾਂ ਸਿੱਖਣ ਨੇ ਚੋਕ। ਗੁਰੂ ਕੀ ਕਰ ਸਕਦਾ ਹੈ? ਗੁਰੂ ਤਾਂ ਸਿੱਖਿਆ ਦੇ ਸਕਦਾ ਹੈ, ਗੁਰੂ ਤਾਂ ਸਮਝਾ ਸਕਦਾ ਹੈ। ਗੁਰੂ ਪਿਤਾ ਜੀ ਵਚਨ ਕਰਦੇ ਹੁੰਦੇ ਸੀ, ਬੇਟਾ ਗੁਰੂ ਨੇ ਤਾਂ ਤੁਹਾਨੂੰ ਮਾਰਗ ਦੱਸਣਾ ਹੈ, ਗੁਰੂ ਨੇ ਦੱਸਣਾ ਜੇ ਇਸ ਪਾਸੇ ਜਾਓਗੇ ਤਾਂ ਭਾਈ ਦਲਦਲ ਹੈ, ਇਸ ਪਾਸੇ ਜਾਓਗੇ ਤਾਂ ਭਾਈ ਫੁੱਲਾਂ ਦੀ ਕਿਆਰੀ ਹੈ, ਤੁਹਾਡੀ ਮਰਜ਼ੀ ਹੈ ਤੁਸੀਂ ਕਿੱਧਰ ਜਾਣਾ ਹੈ, ਇਹ ਜਾਣ ਵਾਲੇ ਦੀ ਮਰਜ਼ੀ ਹੈ। ਗੁਰੂ ਦਾ ਤਾਂ ਮਤਲਬ ਮਾਰਗਦਰਸ਼ਕ ਆ, ਤਾਂ ਰਾਹ ਦੱਸੇਰਾ, ਰਾਹ ਦੱਸ ਰਿਹਾ ਵੀ ਇਸ ਮਾਰਗ ਤੇ ਜਾਓਗੇ ਤਾਂ ਇਸ ਕੰਢੇ ਵਿਛੇ ਹੈ ਜਾਂ ਦਲਦਲ ਹੈ, ਇਸ ਮਾਰਗ ਤੇ ਜਾਓਗੇ ਤਾਂ ਭਾਈ ਰਸਤਾ ਸਿੱਧਾ ਜਾਂ ਫੁੱਲ ਵਿਛੇ ਹੋਏ ਹੈ। ਜਾਣ ਵਾਲੇ ਦੀ ਮਰਜ਼ੀ ਖੁਦ ਹੀ ਹੁੰਦੀ ਹੈ ਕਿ ਉਹ ਰਸਤਾ ਕਿਹੜਾ ਚੁਣਦਾ ਹੈ। ਇਹ ਗੁਰੂ ਪਿਤਾ ਜੀ ਦੇ ਸਟੇਜ ਤੋਂ ਵਚਨ ਹੈ। ਗੁਰੂ ਤਾਂ ਸਾਨੂੰ ਹਮੇਸ਼ਾ, ਗੁਰੂ ਪਿਤਾ ਜੀ ਤਾਂ ਸਾਨੂੰ ਹਮੇਸ਼ਾ ਹੀ ਸਮਝਾਉਂਦੇ ਰਹੇ, ਪਰ ਸੰਗਤ ਨੇ ਸਭ ਤੋਂ ਵੱਡੀ ਗਲਤੀ ਜਿਹੜੀ ਕੀਤੀ ਕਿ ਮਨਾ ਮੂੰਹ ਜਿਹੜਾ ਇਹ ਪ੍ਰਸ਼ਾਦ ਖਾਧਾ। ਅਸੀਂ ਜਿੱਦਾਂ ਦੇ ਲਾਈਵ ਹੋ ਰਹੇ ਹਾਂ ਲਗਾਤਾਰ ਇੱਕੋ ਗੱਲ ਬੋਲ ਰਹੇ ਹਾਂ ਵੀ ਜੇਲ੍ਹ ਦੇ ਵਿੱਚੋਂ ਕੋਈ ਪ੍ਰਸ਼ਾਦ ਨਹੀਂ ਆ ਰਿਹਾ, ਇਹ ਸਾਰਾ ਜਿਹੜਾ ਪ੍ਰਸ਼ਾਦ ਹੈ ਤਾਂਤਰਿਕ ਦਾ ਜਿਹੜਾ ਹੈਗਾ ਪ੍ਰਸ਼ਾਦ ਆ ਉਹ ਆਇਆ ਹੋਇਆ, ਇਸੇ ਕਰਕੇ ਇਹਨੂੰ ਨਾ ਖਾਓ। ਪਰ ਸਾਧ ਸੰਗਤ ਨਹੀਂ ਮੰਨੀ। ਗੁਰੂ ਪਿਤਾ ਜੀ ਦੇ ਇਹ ਵੀ ਵਚਨ ਹੈ ਵੀ ਜਿਹੜੇ ਗੁਰੂ ਦੇ ਵਚਨ ਹੁੰਦੇ ਆ ਨਾ ਸੁਰੱਖਿਆ ਕਵਚ ਹੁੰਦੇ ਆ, ਜਿਵੇਂ ਯੁੱਧ ਦੇ ਵਿੱਚ ਸੁਰੱਖਿਆ ਕਵਚ ਜਿਹੜਾ ਪਹਿਨ ਕੇ ਜਾਂਦਾ ਜਦੋਂ ਯੋਧਾ ਇੱਕ ਯੁੱਧ ਲੜਨ ਤਾਂ ਉਹਦੀ ਰੱਖਿਆ ਕਰਦਾ ਹੈ। ਜਾਂ ਗੁਰੂ ਪਿਤਾ ਜੀ ਕਹਿੰਦੇ ਹੁੰਦੇ ਸੀ ਲక్ష్మణ ਰੇਖਾ ਹੈ, ਜਿਹੜੇ ਵਚਨ ਆ ਗੁਰੂ ਵਚਨ ਆ ਉਹ ਲక్ష్మణ ਰੇਖਾ ਹੈ। ਤਾਂ ਗੁਰੂ ਪਿਤਾ ਜੀ ਕਹਿੰਦੇ ਹੁੰਦੇ ਸੀ ਰਾਵਣ ਦਾ ਕਸੂਰ ਨਹੀਂ ਹੈ ਕਿ ਉਹ ਸੀਤਾ ਨੂੰ ਉਠਾ ਕੇ ਲੈ ਗਿਆ, ਪਰ ਸੀਤਾ ਨੇ ਪਹਿਲਾਂ ਰਾਵਣ ਜਿਹੜਾ ਲక్ష్మణ ਰੇਖਾ ਸੀ ਉਹਨੂੰ ਕ੍ਰਾਸ ਕੀਤਾ। ਜੋ ਲక్ష్మణ ਰੇਖਾ ਖਿੱਚ ਕੇ ਗਿਆ ਸੀਗਾ ਵੀ ਇਹ ਨਹੀਂ ਕ੍ਰਾਸ ਕਰਨੀ, ਤਾਂ ਗੁਰੂ ਪਿਤਾ ਜੀ ਕਹਿੰਦੇ ਵੀ ਇਸੇ ਤਰ੍ਹਾਂ ਸੀਤਾ ਨੇ ਜਦੋਂ ਲక్ష్మణ ਰੇਖਾ ਕ੍ਰਾਸ ਕੀਤੀ ਤਾਂ ਹੀ ਜਿਹੜਾ ਰਾਵਣ ਦਾ ਹੱਥ ਪਿਆ ਤੇ ਤਾਂ ਹੀ ਉਹਨੇ ਸੀਤਾ ਮਾਤਾ ਨੂੰ ਉਠਾਇਆ। ਜਿਹੜੇ ਗੁਰੂ ਦੇ ਵਚਨ ਹੁੰਦੇ ਆ ਲక్ష్మణ ਰੇਖਾ ਹੁੰਦੇ ਆ। ਜਦ ਤੱਕ ਪਿਤਾ ਜੀ ਕਹਿੰਦੇ ਤੁਸੀਂ ਇਸ ਲక్ష్మణ ਰੇਖਾ ਦੇ ਅੰਦਰ ਰਹੋਗੇ ਤਾਂ ਮੌਤ ਵਰਗਾ ਭਿਆਨਕ ਕਰਮ ਵੀ ਸਤਿਗੁਰ ਬਦਲਦਾ ਹੈ, ਸਤਿਗੁਰ ਬਦਲਦਾ, ਮੌਤ ਵਰਗਾ ਭਿਆਨਕ ਕਰਨੀ ਗੁਰੂ ਨੂੰ ਲਾਜ ਹੁੰਦੀ ਹੈ ਆਪਦੇ ਵਚਨਾਂ ਦੀ। ਪਰ ਗੁਰੂ ਪਿਤਾ ਜੀ ਕਹਿੰਦੇ ਜੇ ਤੁਸੀਂ ਉਸ ਲక్ష్మణ ਰੇਖਾ ਨੂੰ ਕ੍ਰਾਸ ਕਰਦੇ ਹੋ, ਤੁਸੀਂ ਗੁਰੂ ਦੇ ਦਿੱਤੇ ਹੋਏ ਵਚਨਾਂ ਦੀ ਕਾਟ ਕਰ ਦਿੰਦੇ ਆ, ਤੇ ਫਿਰ ਉੱਥੇ ਗੁਰੂ ਕੋਈ ਰਾਖਾ ਨਹੀਂ ਹੁੰਦਾ, ਉੱਥੇ ਫਿਰ ਬੰਦਾ ਖੁਦ ਰਾਖਾ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੀ ਸਾਧ ਸੰਗਤ ਨਾਲ ਵੀ ਇਹੀ ਬਣਨਾ, ਜੋ ਸਾਧ ਸੰਗਤ ਅੱਜ ਪਾਗਲ ਹੋਈ ਫਿਰਦੀ ਹੈ ਇੱਕ ਡੁਪਲੀਕੇਟ ਦੇ ਪਿੱਛੇ, ਇੱਕ ਨਕਲੀ ਦੇ ਪਿੱਛੇ ਜਾਂ ਜ਼ਿੰਮੇਵਾਰਾਂ ਦੇ ਪਿੱਛੇ। ਜਿਵੇਂ ਇਹਨਾਂ ਨੇ ਪ੍ਰਸ਼ਾਦ ਲਿਆ ਕੇ ਖਵਾਤਾ, ਅੱਜ ਸਾਧ ਸੰਗਤ ਨੂੰ ਕੋਈ ਸੋਝੀ ਨਹੀਂ ਹੈ ਵੀ ਸਾਡੇ ਗੁਰੂ ਪਿਤਾ ਜੀ ਤੇ ਜੋ ਐਡਾ ਵੱਡਾ ਕਲੰਕ ਲੱਗਿਆ ਹੋਇਆ, ਅਸੀਂ ਘੱਟੋ ਘੱਟ ਇਹਨਾਂ ਜ਼ਿੰਮੇਵਾਰਾਂ ਨੂੰ ਇਹ ਤਾਂ ਕਹੀਏ ਵੀ ਭਾਈ ਜੋ ਮਤਲਬ ਕਿ ਸਾਡੇ ਸਤਿਗੁਰ ਤੇ ਕਲੰਕ ਲੱਗਿਆ ਉਹ ਤਾਂ ਲਾਓ। ਜਾਂ ਜਦੋਂ ਯੂਪੀ ਵਾਲੇ ਨਾਲ ਗੱਲਾਂ ਕਰਦੀ ਹੈ ਸਾਧ ਸੰਗਤ ਪਾਗਲਾਂ ਦੀ ਤਰ੍ਹਾਂ ਗੱਲਾਂ ਕਰਦੀ ਹੈ, ਆਪਾਂ ਦੇਖਦੇ ਹਾਂ ਬਿਲਕੁਲ, ਜਾਂ ਉਹਦੀਆਂ ਰੂੜੀ ਦੀਆਂ ਗੱਲਾਂ ਕਰ ਲਈਆਂ ਜਾਂ ਕੋਈ ਹੋਰ ਗੱਲਾਂ ਕਰ ਲਈਆਂ, ਕਿਸੇ ਵੀ ਇੱਕ ਵੀ ਸਾਧ ਸੰਗੀ ਨੇ ਖੜੇ ਹੋ ਕੇ ਇਹ ਨਹੀਂ ਕਿਹਾ ਜੇ ਉਹ ਮੰਨਦੇ ਆ, ਆਪਾਂ ਤਾਂ ਨਹੀਂ ਮੰਨਦੇ, ਉਹ ਤਾਂ ਮੰਨਦੇ ਆ ਨਾ ਜਿਹੜੇ ਗੱਲਾਂ ਕਰਦੇ ਆ ਵੀ ਸਾਡਾ ਅਸਲੀ ਗੁਰੂ ਆ। ਪਰ ਘੱਟੋ ਘੱਟ ਇੱਕ ਵਾਰੀ ਇਹ ਤਾਂ ਕਹਿਣ ਦਾ ਕੋਈ ਤਾਂ ਅਰਜ਼ ਕਰਦਾ ਸਤਸੰਗੀ ਵੀ ਗੁਰੂ ਪਿਤਾ ਜੀ ਜੋ ਤੁਹਾਡੇ ਤੇ ਐਡੇ ਵੱਡੇ ਕਲੰਕ ਲੱਗੇ ਪਹਿਲਾਂ ਉਹ ਉਤਾਰੋ, ਇਹਨਾਂ ਨੂੰ ਜ਼ਿੰਮੇਵਾਰਾਂ ਨੂੰ ਕਹੋ, ਚਾਹੇ ਇਹ ਕੇਸ ਲੜਨ ਚਾਹੇ ਤੁਸੀਂ ਕੁਛ ਵੀ ਕਰੋ, ਅਸੀਂ ਐਡਾ ਵੱਡਾ ਜੋ ਤੁਹਾਡੇ ਤੇ ਕਲੰਕ ਲੱਗਿਆ ਹੋਇਆ ਇਹ ਬਰਦਾਸ਼ਤ ਸਾਡੇ ਤੋਂ ਨਹੀਂ ਹੁੰਦਾ। ਅਸੀਂ ਸਮਾਜ ਦੇ ਵਿੱਚ ਸਾਡਾ ਜਿਉਣਾ ਮੁਸ਼ਕਲ ਹੋਇਆ ਪਿਆ, ਸਾਨੂੰ ਕੋਈ ਮਤਲਬ ਜਿਉਣ ਨਹੀਂ ਦੇ ਰਿਹਾ। ਕਿਸੇ ਨੇ ਇਹ ਗੱਲ ਨਹੀਂ ਕੀਤੀ, ਕਿਸੇ ਨੇ ਇਹ ਨਹੀਂ ਕਿਹਾ ਵੀ ਗੁਰੂ ਦੇ ਵਿਛੋੜੇ ਦੇ ਵਿੱਚ 5 ਸਾਲ ਅਸੀਂ ਕਿਵੇਂ ਕੱਢੇ, ਤਾਂ ਆਪਾਂ ਦੇਖਿਆ ਕਿਵੇਂ ਬੋਲੀਆਂ ਪੈ ਰਹੀਆਂ ਤੇ ਕਿਵੇਂ ਗੁਰੂ ਨੂੰ ਯਾਰ ਪਤੰਦਰ ਬੋਲਿਆ ਜਾ ਰਿਹਾ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਰਾ ਗੁਰੂ ਵਚਨਾਂ ਦੀ ਕਾਟ ਕਰਕੇ ਸਾਧ ਸੰਗਤ ਨੇ ਜੋ ਪ੍ਰਸ਼ਾਦ ਕਰਦਾ ਉਹਦਾ ਸਾਰਾ ਅਸਰ ਹੈ। ਇਹ ਜੋ ਤਾਂਤਰਿਕਾਂ ਦਾ ਜਿਹੜਾ ਮਤਲਬ ਚੱਲ ਰਿਹਾ ਨਾ ਸਿਸਟਮ ਆ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਹੁਣ ਨਹੀਂ ਹੈ ਵੀ ਹੁਣ ਚੱਲਿਆ ਸਿਸਟਮ, ਇਹ ਪਿਤਾ ਜੀ ਦੇ ਹੁੰਦੇ ਹੀ ਚੱਲਿਆ ਹੋਇਆ ਸੀ।
ਇਹ ਪਿਤਾਈ ਦੇ ਹੁੰਦੇ ਕਿਵੇਂ ਚੱਲਿਆ ਸੀ, ਇਹ ਅਸੀਂ ਆਪਦੇ ਕੋਲੇ ਕੁਛ ਨਹੀਂ ਕਹਿੰਦੇ, ਇਹ ਗੁਰੂ ਪਿਤਾ ਜੀ ਹੀ ਵਚਨ ਕਰ ਰਿਹਾ। 3-4 ਦਿਨ ਪਹਿਲਾਂ ਜਿਹੜੇ ਆਪਾਂ ਇੱਕ ਵਚਨ ਵਾਇਰਲ ਕੀਤੀ ਹੈ, ਜਿਹਦੇ ਵਿੱਚ ਸ਼ੁਰੂ ਦੇ ਵਿੱਚ ਪਿਤਾ ਜੀ ਪਹਿਲਾਂ ਇੱਕ ਧਨਾੜ ਦੀ ਗੱਲ ਕਰਦੇ ਆ। ਕਹਿੰਦੇ ਭਾਈ ਕੋਈ ਸਾਡਾ ਮਤਲਬ ਸਤਸੰਗੀ ਸੀ, ਧਨਾੜ ਸੀ, ਤੇ ਕਹਿੰਦੇ ਵੀ ਉਹਦਾ ਜਦੋਂ ਉਹਦੇ ਕੋਈ ਕੰਮ ਨਹੀਂ ਬਣਦਾ ਸੀ, ਕਹਿੰਦੇ ਅਸੀਂ ਮਤਲਬ ਚਲੋ ਮਾਲਕ ਨੇ ਵਚਨ ਕਰਾ ਤੇ ਕਹਿੰਦੇ ਉਹਦਾ ਕੋਈ ਕੰਮ ਬਣ ਗਿਆ। ਜਿਹੜੇ ਵੀ ਉਹਨੇ ਮਤਲਬ ਕਿ ਉਹਦੇ ਕੋਈ ਕੰਮ ਸੀ ਉਹ ਸਾਰੇ ਬਣ ਗਏ। ਉਹਦੇ ਘਰੇ ਪੈਸਾ ਨਹੀਂ ਸੀ, ਕਹਿੰਦੇ ਉਹਦੇ ਘਰੇ ਪੈਸਾ ਵੀ ਆ ਗਿਆ, ਔਲਾਦ ਨਹੀਂ ਸੀ, ਕਹਿੰਦੇ ਚਲੋ ਮਾਲਕ ਨੇ ਵਚਨ ਕਰਾਇਆ, ਕਹਿੰਦੇ ਔਲਾਦ ਵੀ ਆ ਗਈ। ਤਾਂ ਕਹਿੰਦੇ ਉਸ ਤੋਂ ਬਾਅਦ ਉਹ ਧਨਾੜ ਐਸਾ ਵਿਗੜਿਆ ਕਹਿੰਦੇ, ਤੇ ਕਹਿੰਦੇ ਅੱਜ ਮਤਲਬ ਕਿ ਉਹਦਾ ਮਤਲਬ ਉਹ ਸਾਡਾ ਹੀ ਜਿਹੜਾ ਹੈਗਾ ਵਿਰੋਧੀ ਹੋਇਆ ਪਿਆ। ਗੁਰੂ ਪਿਤਾ ਜੀ ਦੇ ਵਚਨ ਸੀ ਇੱਕ ਤਰ੍ਹਾਂ ਨਾਲ, ਕਹਿੰਦੇ ਵੀ ਮਾਲਕ ਦੀ ਵਿਰੋਧ ਦੇ ਵਿੱਚ ਖੜਾ ਹੋ ਗਿਆ। ਕਹਿੰਦੇ ਅੱਜ ਉਹਨੂੰ ਉਹਦੇ ਚੰਗਾ ਨਹੀਂ ਲੱਗਦਾ। ਤੇ ਫਿਰ ਉੱਥੇ ਗੁਰੂ ਪਿਤਾ ਜੀ ਉਦੋਂ ਵਚਨ ਕਰਦੇ ਆ, ਕਹਿੰਦੇ ਵੀ ਇਹੋ ਜਿਹੇ ਦੋਗਲੇ, ਕਹਿੰਦੇ ਜੇ ਪਤਾ ਚੱਲੇ ਤਾਂ ਇੱਥੇ ਇਹੋ ਜਿਹੇ ਦੋਗਲੇ ਲੋਕ ਹੈ। ਤੇ ਕਹਿੰਦੇ ਵੀ ਜਦੋਂ ਤਾਂ ਲੋੜ ਹੁੰਦੀ ਆ ਉਦੋਂ ਤਾਂ ਦਿਨ ਰਾਤ ਜਿਹੜੇ ਹੈਗੇ ਹੱਥ ਜੋੜਦੇ ਆ, ਤੇ ਕਹਿੰਦੇ ਵੀ ਗੀਤ ਗਾਉਂਦੇ ਆ, ਸਾਡੇ ਦੁਆ ਮੰਗਦੇ ਆ। ਪਰ ਕਹਿੰਦੇ ਵੀ ਪਿਤਾ ਜੀ ਕਹਿੰਦੇ ਵੀ ਹਮਨੇ ਸੁਣਿਆ ਕਿ ਗੁਰੂ ਮਤਲਬ ਇਹੀ ਗੁਰੂ ਹੈ, ਵੀ ਗੁਰੂ ਹੀ ਨਹੀਂ ਭਗਵਾਨ ਵੀ ਕਹਿੰਦੇ ਸਾਨੂੰ, ਕਹਿੰਦੇ ਉੱਤੇ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਤਾਂ ਸਾਰਾ ਕੁਛ ਹੀ ਹੈ, ਤੁਸੀਂ ਭਗਵਾਨ ਹੋ, ਸਾਰਾ ਕੁਛ ਹੈ। ਤੇ ਕਹਿੰਦੇ ਅਸੀਂ ਉਹਨੂੰ ਕਹਿੰਦੇ ਵੀ ਆ ਭਾਈ ਵੀ ਨਹੀਂ ਅਸੀਂ ਤਾਂ ਵੀ ਕੁਛ ਨਹੀਂ, ਅਸੀਂ ਤਾਂ ਦਾਸਾਂ ਦੇ ਦਾਸ ਆ, ਅਸੀਂ ਤਾਂ ਚੌਂਕੀਦਾਰ ਆ, ਜੁੱਤੀਆਂ 'ਚ ਬੈਠਣ ਨੂੰ ਤਿਆਰ ਹੈ। ਕਹਿਣਗੇ ਨਾ ਸਾਡੇ ਲਈ ਤਾਂ ਤੁਸੀਂ ਸਾਰਾ ਕੁਛ ਹੈ, ਤੁਸੀਂ ਦੀਨਮਾਨ ਹੈ, ਤੇ ਕਹਿੰਦੇ ਤੁਸੀਂ ਸਾਡਾ ਮਤਲਬ ਕਿ ਸਾਰਾ ਕੰਮ ਕਰ ਰਹੇ ਹੈ। ਪਰ ਬਾਅਦ ਦੇ ਵਿੱਚ ਵਚਨ ਦੇਖੋ, ਜਿਹੜੇ ਲੋਕ ਗੁਰੂ ਪਿਤਾ ਜੀ ਨੂੰ ਇਹ ਕਹਿੰਦੇ ਨਾ ਵੀ ਨਹੀਂ ਤੁਸੀਂ ਤਾਂ ਭਗਵਾਨ ਹੈ, ਪਿਤਾ ਜੀ ਕਹਿੰਦੇ ਫਿਰ ਵਚਨ ਕੀ ਕਰ ਰਿਹਾ, ਕਹਿੰਦੇ ਫਿਰ ਜਦੋਂ ਨਿਕਲ ਜਾ ਉਹਨਾਂ ਦਾ ਆਪਣਾ ਕੰਮ, ਤੇ ਫਿਰ ਕਹਿੰਦੇ ਸੱਪ ਦੇ ਬੱਚਿਆਂ ਨੇ ਕਹਿੰਦੇ ਫਿਰ ਸੱਪ ਵਾਲਾ ਕੰਮ ਕਰਨਾ ਹੀ ਸੀ। ਕਹਿੰਦੇ ਦੇਖੋ ਸੱਪ ਦੇ ਬੱਚੇ ਗੁਰੂ ਪਿਆਰੀ ਸਾਧ ਸੰਗਤ ਜੀ ਡੇਰੇ ਦੇ ਅੰਦਰ ਹੀ ਬੈਠੇ, ਜੋ ਗੁਰੂ ਪਿਤਾ ਜੀ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਭਗਵਾਨ ਹੈ। ਕਹਿੰਦੇ ਫਿਰ ਸੱਪ ਦੇ ਬੱਚਿਆਂ ਨੇ ਸੱਪ ਵਾਲਾ ਕੰਮ ਕਰਨਾ ਹੀ ਸੀ। ਕਹਿੰਦੇ ਫਿਰ ਕਹਿੰਦੇ ਇੱਕਦਮ ਕਹਿੰਦੇ ਉਹਨਾਂ ਨੇ ਫਿਰ ਮੂੰਹ ਫੇਰ ਲਏ, ਕਹਿੰਦੇ ਜੋ ਦਿਨ ਰਾਤ ਗੁਣ ਗਾਉਂਦੇ ਸੀ। ਤੇ ਕਹਿੰਦੇ ਫਿਰ ਉਹਨਾਂ ਨੂੰ ਐਸਾ ਲੱਗਣ ਲੱਗ ਗਿਆ ਵੀ ਨਾ ਕਹਿੰਦੇ ਵੀ ਇਹ ਤਾਂ ਭਗਵਾਨ ਮਾਲਕ ਜਿਸको ਹਮ कहते थे ना, ਵੀ ਸ਼ਾਇਦ ਵੀ ਮਤਲਬ ਕਿ ਵੀ ਭਗਵਾਨ ਤੇ ਰੱਬ ਕਹਿੰਦੇ ਸੀ, ਕਹਿੰਦੇ ਇਹ ਤਾਂ ਸਾਡਾ ਨੁਕਸਾਨ ਕਰ ਰਿਹਾ। ਕਹਿੰਦੇ ਹੁਣ ਉਹ ਸਾਨੂੰ ਕਹਿੰਦੇ ਇਹ ਕਹਿ ਰਿਹਾ ਵੀ ਨਹੀਂ ਜਿਹਨੂੰ ਅਸੀਂ ਭਗਵਾਨ ਜਾਂ ਮਾਲਕ ਕਹਿੰਦੇ ਸੀ ਨਾ, ਇਹ ਤਾਂ ਸ਼ਾਇਦ मतलब हमारा नुकसान करता है। फिर कहते भी भूल गए किए गए पर उपकारों को ऐसे लोग, कहते एक बार तो चलो फकीर का भोलेपन जा सोचो कि फकीर को मैंने बुद्धू बना दिया। पिता जी कहते भी चलो एक बार तो मन्निया भी उन्होंने भी फकीर का कोई भोलापन कह लो, ते जा मतलब कि भी ऐ सोचदे। इत्थे पिता जी पूरा थोड़ा हस के वचन कर रहे हैं भी किस टाइप के लोग है ये दोगले तीगले लोग है ना, किस टाइप के ये सप के बच्चे अंदर बैठे किस टाइप की जी एक्टिंग करते सी गुरु पिता जी के सामने। कहते हुण ये सोचते हैं भी मतलब कि इन्होंने फकीर नूं बुद्धू बना लिया। कहते शायद वो उसके कर्म थे कि वो चरम सीमा पर पहुंच गया। इत्थे गुरु पिता जी कहते भी शायद हो सकता तुहाडे कोई कर्म होण ते तुसीं चरम सीमा ते पहुंच गए, पर कहते लेकिन वो अल्लाह मालिक राम की रजा में रहने वाला फकीर जब ये कह सकता है कि जा चाहे तेरे पाप गुनाह है तो रहमत पाएगा, तो वो ये भी कह सकता है कि एक दिन आंधे मुंह चारों खाने चित्त भी हो जाएगा। गुरु प्यारी साध संगत जी देखो गुरु पिता जी ने एक बारी नहीं वचन बहुत बारी किए हुए है भी जेड़ा सतगुर दे सकता है ना, जेड़ा सतगुर रहमत दे सकता, खजाने दे सकता, साइकिलों तो उड़ार तक जहाजा तक ले जा सकता, वो वापस भी ले सकता है। ते जेड़े ये ज्यादा मतलब अपने आप नूं रूढ़ी दे जेड़े अंध भगत है ना, कहंदे साडी तां रूढ़ी नूं वचन होए वे पक्के तौर ते ही भी तां रूहानियत दी वारस है जी, तां फलाना जी, ते हुण भी इन्हां ने वचन करा लए रूढ़ी दे नाल खा के। पर जदों गुरु पिता जी ने ये वचन कीते तां फिर की गुरु पिता जी नूं पता नहीं सी भी जिन्हां नूं असीं कुछ दे रहे हैं तां उन्हां तों वापस भी लै रहे हैं। उन्होंने औकात नहीं सी गुरु प्यारी साध संगत जी, उन्होंने औकात नहीं सी कि गुरु के किए हुए वचनों को आपदे कोले रख लेंदे। गुरु पिता जी ने वैसे भी एक बार वचन किए सी, कहते सत्संग जो चल रहा होंगे जां वचन जो गुरु बैठा आशीर्वाद दे रहा होंगे, कहते सारियां ते गुरु पिता तो आप देखते ही है, एक बार भैनों वाला हथ करके आशीर्वाद दिंदे सी, एक बार भाइयों वाला हथ करके आशीर्वाद दिंदे सी। कहते सतगुर तो सब नूं इक्को जिहा आशीर्वाद दिंदा है, पर कहते जिहदे अंदर बेईमानी हुंदी है, जिहदे अंदर कोई दोष हुंदा है, कहते फिर वो तो ना वापस कहते
टच करके ਉਹਨੂੰ ਤੇ ਸਾਡੇ ਕੋਲ ਹੀ ਵਾਪਸ ਆ ਜਾਂਦਾ ਆਸ਼ੀਰਵਾਦ। ਇਹ ਇੱਕ ਵਾਰੀ ਪਿਤਾ ਨੇ ਸਤਸੰਗ ਚ ਵਚਨ ਕੀਤੇ ਸੀ। ਤਾਂ ਜਦੋਂ ਸ਼ੁਕਰਾਚਾਰਿਆ ਨੂੰ ਵੀ ਜਦੋਂ शिव जी ने ਦਿੱਤਾ ਸੀ ਨਾ वरदान, ਤਾਂ ਉਦੋਂ शिव जी भगवान ने भी ਇਹੀ ਗੱਲ ਕਹੀ ਸੀ। ਕਹਿੰਦੇ ਵੀ ਜਦੋਂ ਮਤਲਬ ਗੁਰੂ ਦੀ ਭਗਤੀ ਕਰਕੇ ਜਾਂ ਕੁੱਲ ਮਾਲਕ ਦੀ ਭਗਤੀ ਕਰਕੇ ਜਾਂ ਸਾਡੇ ਤੋਂ ਜਿਵੇਂ ਮਤਲਬ ਕਿ ਦੇਵ ਮਹਾਦੇਵਾਂ ਦੀ ਭਗਤੀ ਕਰਕੇ ਵੀ ਲੋਕ ਕੀ ਕਰਦੇ, ਉਹ ਭਗਤ ਕੀ ਕਰਦਾ, ਬਹੁਤ ਕੁਝ ਵਰਦਾਨ ਪ੍ਰਾਪਤ ਕਰ ਲੈਂਦਾ। ਕੋਈ ਇਹੋ ਜਿਹਾ ਵਰਦਾਨ ਪ੍ਰਾਪਤ ਕਰ ਲੈਂਦਾ ਦੁਨੀਆ ਦੇ ਵਿੱਚ ਕਿਸੇ ਕੋਲੇ ਪਹਿਲਾਂ ਨਾ ਹੋਵੇ। ਪਰ ਉੱਥੇ शिव जी ने ਇੱਕ ਗੱਲ ਕਹੀ ਸੀਗੀ ਗਰੋਨਾਚਾਰਿਆ ਨੂੰ ਵੀ, ਕਹਿੰਦੇ ਵੀ ਉਦੋਂ ਜਦੋਂ ਮਤਲਬ ਸ਼ੁਕਰਾਚਾਰਿਆ ਨੂੰ ਇਹ ਕਿਹਾ ਸੀ, ਕਹਿੰਦੇ ਤੈਨੂੰ ਮੈਂ ਵਰਦਾਨ ਦੇ ਰਿਹਾ ਤੇਰੀ ਭਗਤੀ ਤੋਂ ਖੁਸ਼ ਹੋ ਕੇ, ਕਿਉਂਕਿ ਪੁੱਠਾ ਲਟਕ ਕੇ ਉਸਨੇ ਭਗਤੀ ਕੀਤੀ ਸੀ, ਇੰਦਰ ਦੇਵਤਾ ਤਾਂ ਭੱਜ ਗਿਆ ਸੀ। ਤਾਂ ਜਦੋਂ ਉਹ ਕਹਿੰਦੇ ਵੀ ਮੈਂ ਵਰਦਾਨ ਤਾਂ ਤੈਨੂੰ ਦੇ ਰਿਹਾ, ਪਰ ਇਹ ਵਰਦਾਨ ਉਨਾ ਚਿਰ ਕੰਮ ਕਰੂਗਾ ਜਿੰਨਾ ਚਿਰ ਇਹਦੇ ਨਾਲ ਮਾਨਵਤਾ ਦੀ ਭਲਾਈ ਹੋਊਗੀ, ਮਨੁੱਖਤਾ ਦੀ ਭਲਾਈ ਹੋਊਗੀ, ਇਨਸਾਨੀਅਤ ਦੀ ਭਲਾਈ ਹੋਊ। ਮੇਰੀ ਬਣਾਈ ਜਾਂ ਭਗਵਾਨ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਹੈ ਉਹਦਾ ਭਲਾ ਹੋਊਗਾ। ਜਿਸ ਦਿਨ ਕਹਿੰਦੇ ਇਸ ਵਰਦਾਨ ਨਾਲ ਤੂੰ ਸ੍ਰਿਸ਼ਟੀ ਦਾ ਜਿਹੜਾ ਬੁਰਾ ਸੋਚਣਾ ਸ਼ੁਰੂ ਕਰਤਾ ਜਾਂ ਇਨਸਾਨੀਅਤ ਜਾਂ ਮਨੁੱਖਤਾ ਦਾ ਬੁਰਾ ਸੋਚਣਾ ਸ਼ੁਰੂ ਕਰਤਾ, ਕਹਿੰਦਾ ਉਸ ਦਿਨ ਇਹ ਵਰਦਾਨ ਮੇਰੇ ਕੋਲ ਹੀ ਵਾਪਸ ਆ ਜਾਊਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਅੱਜ ਨਹੀਂ ਸਦੀਆਂ ਤੋਂ ਚੱਲਿਆ ਆ ਰਿਹਾ। ਜੋ ਗੁਰੂ ਪੀਰ ਅਵਤਾਰ ਆਪਾਂ ਨੂੰ ਜਿਹੜੀ ਇੱਕ ਪਿਤਾ ਜੀ ਕਹਾਣੀ ਸੁਣਾਉਂਦੇ ਹੁੰਦੇ ਸੀ ਨਾ, ਵੀ ਕਿਸੇ ਦਾ ਮਤਲਬ ਸੇਵਾਦਾਰ ਸੀ, ਸੇਵਾ ਕੀਤੀ ਸੀ, ਉਹਨੂੰ ਵਰਦਾਨ ਦਿੱਤਾ ਸੀ ਉਹਦੇ ਗੁਰੂ ਨੇ ਵੀ ਜਿਹੜਾ ਕੁਛ ਮੰਗੇਗਾ ਉਹੀ ਮਿਲ ਜੂ। ਪਰ ਨਾਲ ਇਹ ਵਰਦਾਨ ਦਿੱਤਾ ਸੀ ਵੀ ਜੇ ਕਿਸੇ ਦਾ ਬੁਰਾ ਸੋਚੇਗਾ ਤਾਂ ਸਾਡੇ ਕੋਲੇ ਵਾਪਸ ਆ ਜਾਊ। ਤਾਂ ਉਹਨੇ ਪਹਿਲਾਂ ਇੱਕ ਖੂਹ ਮੰਗ ਲਿਆ ਤੇ ਗੁਆਂਢੀ ਦੇ 2 ਖੂਹ ਲੱਗ ਗਏ, ਤੇ ਮੁੜ ਕੇ ਜਦੋਂ ਉਹਨੇ ਅੱਖ ਇਹ ਕਹਿੰਦਾ ਵੀ ਮੇਰੀ ਇੱਕ ਅੱਖ ਫੁੱਟ ਜੇ ਤੇ ਗੁਆਂਢੀ ਦੀਆਂ ਫਿਰ ਦੋਨੇ ਫੁੱਟ ਜਾਣਗੀਆਂ ਤੇ ਖੂਹ ਚ ਡਿੱਗ ਪੂ, ਉਹਨੇ ਬੁਰਾ ਸੋਚਿਆ ਨਾ ਗੁਆਂਢੀ ਦਾ। ਤਾਂ ਉਹਦੀ ਜਿਹੜੀ ਉਹਦੀ ਸਾਰੀ ਜਿਹੜੀ ਸੀਗੀ ਉਹਦੇ ਕੋਠੀਆਂ ਮਹਿਲ ਬਣੇ ਸੀ ਜਿਹੜੇ ਗੁਰੂ ਦੇ ਮੰਤਰ ਨਾਲ ਸਭ ਵਾਪਸ ਹੋ ਗਏ ਸੀ। ਇਹੀ ਸੇਮ ਵਚਨ ਗੁਰੂ ਪਿਤਾ ਜੀ ਕਰ ਰਹੇ ਹੈ, ਇਹੀ ਵਚਨ ਕਰ ਰਹੇ ਹੈ। ਕਹਿੰਦੇ ਫਿਰ ਜੋ ਕਹਿ ਰਹੇ ਹੈ ਨਾ, ਫਿਰ ਕਹਿੰਦੇ ऐसे औंधे मुंह चारों खाने चित्त भी हो जाएगा और ऐसा चित्त होगा कि कोई दाव पेच नहीं चलेगा। जिधर मर्जी दौड़ते फिरना, पहाड़ों में, अजाड़ों में, जंगलों में, बियाबानों में, टूने करना, टोटके करना, मेख दबाना और प्याज दबाना, नारियल फोड़ना, चाहे अपना सिर फोड़ना पत्थरों में जा जाके। ਇਹਦਾ ਮਤਲਬ ਕਿ ਉਸ ਟਾਈਮ ਵੀ ਤਾਂਤਰਿਕ ਵਿਦਿਆ ਇਹਨਾਂ ਦਾ ਪੂਰਾ ਕੰਮ ਚੱਲਦਾ ਸੀ। ਇਸੇ ਕਰਕੇ ਗੁਰੂ ਪਿਤਾ ਜੀ ਨੇ ਸਾਰੇ ਵਚਨ ਕੀਤੇ ਹੈ। ਕਹਿੰਦੇ ਬੇਸ਼ੱਕ ਫਿਰ ਪੱਥਰਾਂ 'ਚ ਜਾ ਕੇ ਇੰਨਾ ਕੁਛ ਕਰਨ ਤੋਂ ਬਾਅਦ ਵੀ ਕਹਿੰਦੇ ਬੇਸ਼ੱਕ ਪੱਥਰਾਂ 'ਚ ਜਾ ਕੇ ਸਿਰ फोड़ना, जो चीज चाहता है हो जाए, सवाल पैदा ही नहीं कि हो सकता भी आपको मिल जाए। जो चीज चाहता है ना हो जाए, कहते सवाल पैदा ही नहीं हो सकता कि मिल जाए। ਇਹਦਾ ਮਤਲਬ ਇਹ ਗੁਰੂ ਪਿਤਾ ਜੀ ਦੇ ਹੁੰਦੇ ਵੀ ਇਹੋ ਜੀ ਕੋਈ ਤਾਂਤਰਿਕ ਵਿਦਿਆ ਪਹਾੜਾਂ 'ਚ ਜਾ ਕੇ ਕਰਵਾਉਂਦੇ ਸੀ ਕਿ ਇਹ ਗੁਰੂ ਪਿਤਾ ਜੀ ਦੀ ਜਾਂ ਤਾਂ ਹੋ ਸਕਦਾ ਵੀ ਆਪ ਗੁਰੂ ਪਿਤਾ ਜੀ ਦੀ ਪਾਵਰ ਹੀ ਮਤਲਬ ਖੁਦ ਹਾਸਲ ਕਰਨਾ ਚਾਹੁੰਦੇ ਹੋਣ। ਇਸੇ ਕਰਕੇ ਗੁਰੂ ਪਿਤਾ ਜੀ ਨੇ ਵਚਨ ਕਰਤੇ ਨਾ ਵੀ ਜੋ ਚੀਜ਼ ਤੁਸੀਂ ਚਾਹੁੰਦੇ ਆ ਵੀ ਤੁਹਾਨੂੰ ਮਿਲ ਜੇ, ਕਹਿੰਦੇ ਸਵਾਲ ਪੈਦਾ ਹੀ ਨਹੀਂ ਹੁੰਦਾ ਤੁਹਾਨੂੰ ਮਿਲ ਜੇ। ਇਹੀ ਵਚਨ ਪਿਤਾ ਜੀ ਨੇ 17 ਅਗਸਤ 2017 ਨੂੰ ਵੀ ਕੀਤੀ, ਜਦੋਂ ਬਾਰ-ਬਾਰ ਇਹ ਕਹਿੰਦੇ ਰਹੇ ਅਸੀਂ ਐਂ ਕਰਦੇ ਹਾਂ। ਗੁਰੂ ਪਿਤਾ ਜੀ ਇੱਕੋ ਵਚਨ ਬਾਰ-ਬਾਰ ਕਰਦੇ ਰਹੇ ਵੀ ਜੋ ਆਪ ਸੋਚ ਰਹੇ ਹੋ ਪਰਮ ਪਿਤਾ ਜੀ ਕभी नहीं होने देंगे। ਇਹਨਾਂ ਦਾ ਮਤਲਬ ਇਹਨਾਂ ਦੀ ਸੋਚ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਘਟੀਆ रही है। ਤੇ ਫਿਰ ਇੱਥੇ ਗੁਰੂ ਪਿਤਾ ਜੀ ਅੱਗੇ ਕੀ ਕਹਿੰਦੇ ਆ, क्योंकि ये तो रब कहता है कि अगर मैं किसी को दत्कार दूं तो मेरा संत फिर से रहमत करके उसे माफ कर सकता है, लेकिन जिसे फकीर संत दत्कार दे बाई चांस, वैसे तो गुरु पिता जी कहते किसी को दत्कारते नहीं है, पर जिसे वो दत्कार दे तो भगवान कहता है मैं भी उसे माफ नहीं कर सकता क्योंकि वो तो मेरे भक्त का टकराया हुआ है। तो कईयों के ये मतलब भ्रम है कि जहां नहीं तो बहुत कुछ है। जे मतलब जे वचन ध्यान से सुनने वाले हैं गुरु प्यारी साध संगत जी, मतलब कि ਇਹ ਪਿਤਾ ਜੀ ਦੇ ਹੁੰਦੇ ਦੇਖੋ ਤਾਂਤਰਿਕ ਵਿਦਿਆ ਕੋਲ ਤਾਂ ਜਾਂਦੇ ਹੀ ਜਾਂਦੇ ਸੀ। ਇਹਨਾਂ ਨੂੰ ਇਹ ਸੀਗਾ ਵੀ ਕੁਛ ਨਾ ਜਾਂ ਤਾਂ ਇਹ ਗੁਰੂ ਪਿਤਾ ਜੀ ਨੂੰ ਖਤਮ ਕਰਨਾ ਚਾਹੁੰਦੇ ਹੋਣਗੇ ਉਸ ਤਾਂਤਰਿਕ ਵਿਦਿਆ ਨਾਲ, ਤੇ ਜਾਂ ਫਿਰ ਇਹ ਗੁਰੂ ਪਿਤਾ ਜੀ ਦੀ ਪਾਵਰ ਹੈ ਜਿਹੜੀ ਉਹ ਖੋਣੀ ਚਾਹੁੰਦੇ ਹੋਣਗੇ। ਤਾਂ ਫਿਰ ਇੱਥੇ ਗੁਰੂ ਪਿਤਾ ਜੀ ਦੇਖੋ ਕੀ ਕਹਿੰਦੇ ਆ, ਕਹਿੰਦੇ ਮਤਲਬ ਕਿ ਕਈਆਂ ਨੂੰ ਇਹ ਜਿਹੜਾ ਹੈਗਾ ਭਰਮ है, सो कईयों को ये भ्रम है कि जहां नहीं तो बहुत कुछ है, जी इत्थे नहीं तो फिर बहुत कुछ है। कहते देखते हैं, फिर गुरु पिता जी फिर हंस के कहते मालकों का है मामला। फिर पिता जी इत्थे ये गल टाल दिंदे भी तां मालकां दा जिहड़ा मामला है भी जिवें पिता जी कहंदे हुंदे सी भी जे उन्हां दा भाई काल ते फिर साडा दयाल है, इसमें किसी का क्या है टाइम बताता है समा बताएगा। देखो पिता जी कहते टाइम बताता है समा बताएगा। ते
प्यारी साध संगत जेडे पिता जी ने हुण वचन कीते ना, समा बताएगा, ते हुण समा दस रहा सारा कुछ। इन्हां दीयां करतूतां सारियां सामने आ रही कि किवें इह गुरु पिता जी दे हुंदे भी जिहड़ा किवें प्याज दबाउणा, नारियल फोड़ना, ते किवें तांत्रिकां कोले पहाड़ां कोले जांदे सी, पहाड़ां दे उत्ते जा के पता नहीं किहदे किहदे कोलों की करवा के लियाउंदे सी। तो पिता जी कहंदे फिर देखो गुरु पिता जी स्टेज ते बैठ के कोई झूठ नहीं बोल रहे। पिता जी अगे जाके की वचन करदे इत्थे नाल ही कहंदे तो ऐसा हो रहा है, साध संगत आके बताती है। देखो पिता जी कहते सारा कुछ हो रहा है, कहते साध संगत आके बताती है। कहते बड़ी हंसी आती है कि जो कल तक कहता था कि मालिक राम अल्लाह तो यहीं पे सब कुछ है, तो आज कहता नहीं, पहाड़ में मिलेगा। देखो गुरु पिता जी वचन कर रहे, कहते कल तक कहते सी ना भी अल्लाह राम मालिक सारा कुछ इत्थे ही है, तो कहते हुण कई कहते तो आज कहता नहीं, पहाड़ में मिलेगा। कहते टक्कर मारी तूने टोट के किए रास्ते पे। इतने गुरु कहते गुरु पिता जी देखो बिल्कुल क्लियर कट कहते पहाड़ में मिलेगा, पहाड़ा च जाते कहते फिर कहते टक्कर मारी फिर टूने टोट के रास्ते ते करते है। गुरु प्यारी साध संगत जी ये सारा पखंडवाद है, इहदा मतलब पिता जी दे हुंदे ही शुरू होया। फिर पिता जी थोड़ा समझाउंदे भी जिवें गांवां दे विच कहंदे जिवें पिंडां दे विच हुंदे नहीं विच रास्ते दे विच जिहड़ा टूना टप्पा करदे है, कहंदे उसे तरह कहंदे फिर यही करदे है। कहंदे वहां जाकर टूना उतारना, किसी के खेत में मेख दबानी, क्योंकि कहते बहुत होते हैं उस्ताद। गुरु पिता जी ये बता रहे हैं कि बहुत होते हैं उस्ताद, मतलब यहो जे तो इन्हां दे उस्ताद है कई बना रखे होंगे फिर जो सब सिखाते हैं। मुर्गा दे दे मुझे लाल कच्छा पहना दे, गोट पहना दे, काला कच्छा पहनना, काला कपड़ा दे दे, शराब विस्की की बोतल दे दे, बकरे की नाड़ तू रख लेना, बाकी का जिस्म दे दे, मुर्गा दे दे, ऐसा ऐसा सामान मांगते हैं। देखो सामान बताने के बाद पिता जी पता क्या वचन कर रहे हैं, वो ध्यान से सुनने वाली बात है। पिता जी वचन कर रहे हैं, कहते हैं ऐसा ऐसा सामान मांगते हैं और वो धार्मिक कहलाने वाले जिससे सब कुछ मिला उसको छोड़ के पत्थरों में औजारों में ठोकरे मारते फिरते हैं। देखो ये नहीं है गुरु प्यारी साध संगत जी, तुम ये ना समझो भी ये वचन पिता जी किसी बाहरले मनमुख बंदे नु कर रहे हैं। पिता जी क्लियर कट वचन कह रहे हैं, कहते और वो धार्मिक कहलाने वाले, वो धार्मिक कहलाते अपने आप को, जिससे सब कुछ मिला, जी तो सारा कुछ मिला उस मालिक तो, उस सतगुर तो, उसको छोड़ के पत्थरों में औजारों में ठोकरे मारते फिरते हैं। देखो कहते ओनू छड्ड के ते पत्थरां दे औजारां दे विच ठोकरा मारते फिरते हैं और उनके जीवन में ठोकरें लिखी जाती हैं। फिर पिता जी कहते जेडे इहो जिहे लोग होंदे ने उन्हां दी जिंदगी दे विच ठोकरां लिखी दित्ती जाती है। ऐसा नहीं करना चाहिए, पर कहते जिसका विनाशकालीन विपरीत बुद्धि, गुरु पिता जी वचन कर रहे, कहते विनाशकालीन विपरीत बुद्धि, जब आदमी के कर्म खोटे हो जाते हैं ना, बुरे हो जाते हैं, तो फिर उसकी बुद्धि विवेक भी विपरीत हो जाता है, उल्टा हो जाता है, वो किसी संत पीर फकीर की नहीं मानता। गुरु प्यारी साध संगत जी ये सारे दे सारे वचन इन्हां नूं ही हो रहे सी। ये ना समझना कि किसी आम साध संगत दे विचों पिता जी किसी नूं कर रहे सी जां किसी मनमुख नूं कर रहे सी। एक एक गल इन्हां वचनां दे विच क्लीयर गुरु पिता जी ने की है। जिवें 88 वाली जिहड़ी कैस्ट है 6 नंबर कैस्ट दे विच परम पिता जी ने एक एक गल क्लीयर की है भी जिहड़े अंदर किवें 40 कबीर बैठे हुए आ, ओही सेम जिहड़ी हैगी है सारी कहानी गुरु पिता जी ने एक किवें पहाड़ां ते जा के किवें टूने टोट के उस्तादां तो आपदिआं तो जा के करवाउंदे आ, सारी गल गुरु पिता जी ने इहदे विच क्लीयर की है। कोई भी इहो जिहा शब्द नहीं है जितों पता ना लगे कि गुरु पिता जी वचन किहनूं कर रहे हैं। फिर अगे पिता जी वचन कर रहे हैं, कहते बिगड़ा मन गुरु का ना पीर का, जिसका मन बिगड़ जाए, जिसका विश्वास डोल जाए, डगमगा जाए, वो ऊपर ऊपर से तो चाहे कहते सजदा करता रहे, लेकिन अंदर से उसका मन उसको इतना सता देता है कि उसका यकीन नहीं रहता, और जब यकीन नहीं रहता तो रहमो कर्म भी उसके पास नहीं रहता। गुरु प्यारी साध संगत जी जिन्हों अपने सतगुर ते दृढ़ विश्वास नहीं ना, तो गुरु पिता जी कहते फिर उहदे कोले कोई रहमो कर्म नहीं रहता, वो कोरा हो जाता है, खाली हो जाता है, और उसको किधर भी सुख शांति आनंद नहीं रहता। इसलिए भाई मालिक का नाम जपना
मांगना चाहिए, उसकी भक्ति इबादत करना चाहिए, मालिक से मालिक को मांगना चाहिए, डरिए उस मालिक से। देखो पिताजी फिर इन्हां नूं अलर्ट करदे सी, फिर पिताजी बार बार हाथ जोड़ जोड़ के इन्हां नूं अलर्ट कर रहे हैं, कहते डरिए उस मालिक से जो सब कुछ दे सकता है और वो ले भी सकता है। दोबारा वचन करते गुरु पिताजी ने लैन दी, वापस लैन दी। आपके कर्मों का फल नहीं है कि आपको रुतबा दे दिया है। इत्थे गुरु पिताजी जो वचन कर रहे ना रुतबा वाला, प्यारी साध संगत जी इत्थों समझो कि ये वचन किन्हां नूं होया। पहला शुरू दे विच पिता ने कहा भी चरम सीमा ते पहुंचे, तां इहदा मतलब वो बंदे चरम सीमा ते भी पहुंचे हुए सी। दूसरा पिता इत्थे कह रहे आपके कर्मों का ही फल नहीं कि आपको रुतबा दे दिया। जे पिता जी ने किसी नूं रुतबा देता तो इसका मतलब ये नहीं कि उसके कर्मां दा कोई फल है। इसका मतलब जे नहीं कि आदमी मतलब आपकी शाकरता जां होशियारी ने सब कुछ कर दिया। पिता जी कहते जे तुहानूं किसी नूं रुतबा जां ओहदा देता दा मतलब ये भी नहीं भी जिहड़ी तुहाडी होशियारी है जां शाकरता तुसीं कीती कोई ओहदे करके तुहानूं असीं इह दित्ता है। फिर पिता जी क्या कह रहे हैं, जे तो मालिक की कृपा दृष्टि ने कर दिया, उसकी दया ने कर दिया और शाकरता करते जाओगे, मटका भरता जाएगा और एक दिन ऐसा फूटेगा कि उसका लावा आपसे संभाले भी नहीं संभलेगा। गुरु प्यारी साध संगत जी सब तो वड्डे वचन पिता जी कहते मत समझो कि तुहाडी होशियारी नाल जां तुसीं कहो भी तुहाडे कोई कर्म है जां तुहाडी कोई शाकरता ओहदे नाल असीं तुहानूं जिहड़ा रुतबा दे दिया। कहंदे ये सिर्फ मालिक दी कृपा दृष्टि सी, ओहदी दया सी। पर कहंदे जे इसे तरह शाकरता करदे रहे, इसे तरह तुसीं कहंदे होशियारियां करदे रहे तां कहंदे इहो जिहा मटका फुੱਟੂਗਾ। ਇਹ ਜਦੋਂ मटका फुੱਟੂਗਾ तां फिर गुरु पिता जी कहंदे जिहड़ा लावा निकलूगा ना लावा ते फिर वो थोड़े तो संभालिया भी नहीं संभलिया जाना। इसलिए बुरे कर्म नहीं करने चाहिए, गलत कर्म नहीं करने चाहिए। मालिक से मालिक को मांगो, अल्लाह वाहिगुरु राम से राम को मांगो तो दोनों जहानों की खुशियां आपको मतलब कि देगा वो और दया में रहमत से मालामाल कर देगा। गुरु प्यारी साध संगत जी इन्हां वचनां नूं जदों तुसीं ध्यान नाल बार बार सुनोगे ना ते बिल्कुल क्लीयर कट है। ये बहुते जिहड़े अंध भगत है ना मैनेजमेंट दे ते ला के विचों कट कट के इन्हां दे विचों वचन ते मुड़ के ला दिंदे आ फेथ वर्सेस वर्डिक्ट दी टीम वास्ते। भी तां पिता जी ने इन्हां नूं वचन कीते आ जी, इन्हां दा मतलब कि मटका फुੱਟੂਗਾ जी, इन्हां दा लावा फुੱਟੂਗਾ जां इन्हां वास्ते वचन होए है। गुरु प्यारी साध संगत जी फेथ वर्सेस वर्डिक्ट दी टीम दा एक भी मैंबर उस टाइम ना कोई किसी चरम सीमा ते सी, ना किसी रुतबे ते सी, ना अहुदे ते सी जिहदियां पिता जी गल्लां कर रहे हैं। बिल्कुल क्लीयर कट है। जे हजे भी इन्ने क्लीयर कट वचन गुरु दे होण ते संगत समझे ना फिर तो गुरु पिता जी के वचन जिवें भी ओहदी फिर मतलब कर्म ही माड़े हो सकते हैं। गुरु पिता जी ने एक बारी वचन कीते सी स्टेज तो भी जिन्ना क्लीयर कट ਅਸੀਂ एक एक गल दस दिंदे ना आने वाले समय बारे। कहते अज तक किसी संत पीर फकीर ने इन्ना क्लीयर कट कोई वचन नहीं कीते। गुरु पिता जी एक एक गल है जिहड़ी सानू समझाउंदे रहे, पर माड़े भाग उस लोकां दे जां उस संगत दे जिन्हां ने गुरु पिता जी दे वचनां नू सुनिया नहीं। उही गल गुरु जिहड़े वचन मनना सब तो वड्डी भगती है। गुरु प्यारी साध संगत जी गुरु वचन मनो, आप जिहड़ी सब तो वड्डी भगती है वो कमाओ। गुरु वचनां च रहोगे तां पिता जी दे वचन मालो माल खुशियां दे नाल मालो माल हो जाओगे, इसे चीज की कमी नहीं होगी। एक पैर इत्थे ते दूजा सीधा सचखंड। पर जे मतलब कि पिता जी कहंदे बुरे कर्म करते रहे ते बेशक वचन ये मस्ताना जी होए भी एक पैर दूजा सचखंड, पर कहंदे नहीं चाहे नाम लिया भी होवे वो नरकां दे विच ही जाणगे। इसे करके जिन्नी भी फेथ वर्सेस वर्डिक्ट दी टीम है आपां अडोल रहना। जो ये अपना शहीदी दिहाड़े चल रहे आपां सिक्ख्या लैनी है छोटे छोटे बच्चों तो भी अपने गुरु पिता जी दी आन बान ते शान दे वास्ते आपां हर चाहे आपां नूं कुछ भी करना पवे आपां हर हालत दे विच अपने गुरु पिता जी नूं निर्दोष साबित करना। जो मिशन आपां लैके चलने उस मिशन नूं आपां कामयाब करना है। चाहे दुनिया कुछ भी करदी फिरे, कुछ भी सितम करे, आपां हस हस के सहांगे। और आपां जिहड़े हैगे आ इन्नी वड्डी जिहड़ी प्रेरणा दित्ती आपां नूं वड्डे साहिबजादे और छोटे साहिबजादे ने, आपां जरूर वो प्रेरणा आपदे दिल दे विच धार के रखांगे और गुरु पिता जी दी अरदास भी करांगे कि हे सतगुर सानू भी उन्नी ही हिम्मत दिओ, सानू भी उन्नी शक्ति दिओ कि असीं आप जी दी आन बान ते शान पूरी दुनिया दे विच उच्ची करिए। धन धन सतगुरु तेरा ही आसरा जी, धन धन सतगुरु तेरा ही आसरा। और जो भी है सब वचन आपने सुने हैं हजूर पिताजी के, ये देखते हैं वीडियो होगा तो वीडियो डाल भी देंगे।
तो कैसे पिताजी बताया करते भी चरम सीमा पे पहुंचने वाले ओहदों पे, जो डेरे के अंदर ओहदे पे हैं और चरम सीमा पे पहुंच गए, वो कैसे हजूर पिताजी को ही दुश्मन समझते हैं और कैसे ही तंत्र विद्या करते थे। तो ये सारी चीज़ें और उसके बाद हजूर पिताजी पे दोष लगाते थे, और अब आज आप उनको भगत बनाए खड़े हैं। तो खैर ये सब कुछ है, और ऐसी भी जानकारियाँ हमें मिलती हैं जो आज कई दिन पहले कई बार लोगों ने बता दिया कि ये एडम ब्लॉक में मीटिंगें करते हैं और ये सोचते हैं भी क्या जी अब फेथ वर्सेस वर्डिक्ट के लोगों को मारना कैसे है, जान से कैसे मारना है। इसको लेके यूपी वाले के साथ भी मीटिंग हुई थी, 2 बार लोगों ने बताया भी यूपी वाले के सामने भी इस बारे में मीटिंग हुई और एडम ब्लॉक में भी मीटिंग हुई है। तो खैर इनको देखते हैं क्या क्या प्लानिंग करते हैं। तो आपने ध्यान रखना है इनका। और हालांकि क्या है कि इतने ये दलेर नहीं है जो सामने से लड़ना जानते हो। इन्होंने हमेशा पीठ पीछे छुरा खोबना सीखा है, वही इनके ख़ानदानों में, इनके खून में रमा हुआ है, और यही चीज़ इसको यूपी वाला इनको सिखा सकता है और क्या है। तो खैर ये सारी चीज़ है। बाकी कोई और चीज़ पूछनी हो, कुछ भी डाउट हो तो आप पूछते रहा कीजिए, कोई जानकारी देनी हो। और जानकारी ये भी आ रही है भी जनवरी में फिर से ये नौटंकी शुरू होगी, और कुछ कह रहे जी परमानेंट आ जाएंगे, और ये कुछ हनीप्रीत के रिश्तेदार हैं जो डालते रहते हैं लाइव में। हो सकता है ये भी इन्हीं के भेजे हुए आते हों कि हमारे से तंत्र विद्या करवा लो, तो ये आते रहते हैं बीच में। तो खैर एक बोल रहे हैं भी परमानेंट आएंगे वगैरह वगैरह। तो खैर महीने में जितना गंद ये खिंडा के जाता है वो तो इनसे सिमटता नहीं है। परमानेंट आ गया गलती से तो कितना कचरा खिंडाएगा तो पता नहीं। तो खैर जो हजूर पिताजी से प्रेम रखते हैं, वास्तविकता समझते हैं, जानते हैं, हमारी उनसे एक रिक्वेस्ट है, ये कह सकते हैं आप अपने तरीके से काम करने वाले, लेकिन आप अपने दिल में ये इच्छा ज़रूर रखें भी आपको गुरु पिताजी को ढूंढना है, तलाशना है, मिल जाएं और किसी भी रूप कैसे भी मतलब हमें मिले, हजूर पिताजी मिलें, और ये इच्छा रखें। क्षमता हो ढूंढने की, काम करने की ना हो वो एक अलग बात है, लेकिन इच्छा ज़रूर रखें, ये ध्यान रखना। हाँ बाकी रही बात कि कोई हमला कर देंगे, कुछ है ऐसा कुछ कर देंगे, तो खैर इन्होंने जितने भी लोगों की हत्याएं की हैं या करवाई हैं वो सब दोस्त बन के उनके पीठ पीछे छुरा खोबा है। जितने भी अभी भी हाल ही में एक अजीत ब्रह्मचारी है, या फिर नोएडा में एक ब्रह्मचारी था मनीष, ऐसे कई थे। हमारी कॉलोनी में 3-4 लोगों को मारा था इन्होंने। तो ये कोई नई बात नहीं है इनके लिए, पर ये हर बंदे को जिनको भी इन्होंने मारा है दोस्त बन के मारा है। तो जिनके ये दोस्त हैं उनको फिक्र करनी चाहिए, और ये भी हमारे जिनके दोस्त हैं भी उनको कभी भी मार सकते हैं, हमें कोई चीज़ की परवाह नहीं है। सामने से लड़ने का दम तो है नहीं, और इतने इनकी माँ ने दूध नहीं पिलाया भी ये सामने से लड़ने का दम रखें। तो खैर हम उम्मीद करते हैं, प्रार्थना करते हैं भी हजूर पिताजी के चरणों में कि सच्चाई जल्दी से सामने आए। और इस प्रार्थना को करते हुए आप सबने हजूर पिताजी के चरणों में नारा लगाना है, धन धन सतगुरु तेरा ही आसरा। और आखिरी में अरदास बोलेंगे, धन धन सतगुरु तेरा ही आसरा, हे मालिक तुझे इलाज है, अब बहुत हो गया, तू दया में रहमत कर, तेरे प्यार मोहब्बत की राह में हमें कोई दुख तकलीफ ना आए, तो ऐसी रहमत बख्श मैं सबको सुमति दे, किस तरह से देनी है ये तो सब जानता है, जिसको जैसे देनी है वैसी दे, वो तेरी मर्जी। धन धन सतगुरु तेरा ही आसरा। और सत्संग जी आप ये पोस्ट ज़रूर डालते रहिए कि किसी से भी, हमने भी कोशिश करेंगे इस पर डालते रहें, किसी से भी किसी भी किस्म का प्रसाद लेकर ना खाएं। और ये खुले तौर पे आप लिख सकते हैं भी एडम ब्लॉक तंत्र विद्या के जरिए लोगों को पागल बनाने के लिए केमिकल वाला प्रसाद दे रहा है। तो अगर आप डेरा सच्चा सौदा के सत्संगी प्रेमी हैं तो एडम ब्लॉक द्वारा भेजे गए किसी भी प्रसाद को ना खाएं। आपकी सेहत खराब हो, आप पागल हो, आपका दिमाग खराब हो, इसके लिए आप खुद जिम्मेदार होंगे। तो इस तरह की पोस्टर्स बना के आप फेसबुक पर डालते रहा कीजिए हमारा, क्योंकि परम पिताजी ने भी ये वचन किए थे अपने लिए। परम पिताजी ने ये वचन किए थे भी अगर हम, मतलब परम पिताजी खुद अपने लिए कह रहे हैं भी अगर हम ना बताएं संगत को कि भाई ये ऐसा करोगे तो ये हो जाएगा, तो मालिक हमें सजा देगा, ये परम पिताजी कह रहे हैं। तो सोचो भी जब हमें पता है भी ये केमिकल वाला प्रसाद है, ये तांत्रिक और ये संगत को, आम दुनिया को पागल बनाने के लिए है, किस लिए भी हनीप्रीत जैसों को ये अयाशियाँ चलती रहें, इनके प्रबंध को अयाश बने रहें।
कभी किसी के साथ कभी किसी के साथ, ये अय्याशी करें, दारू पिए, मांस खाएं, ये सब काम करें और भक्त का लिबास ओढ़े रखें। ये सब जानते हुए अगर आप सच्चाई नहीं बताते हैं, परमपिता ही कहते हैं भी, हालांकि वो तो खुद रब हैं, फिर भी वो ये बात बोल रहे हैं भी भगवान होते हुए भी मालिक हमें सजा देगा अगर हम ना बताएं। और अगर आपको पता है ये सच्चाई तो आप लोगों को बताएं, क्योंकि नहीं बताएंगे तो हम भी सच्चाई जानते हुए ना बताएं तो हम सजा के भागीदार हैं। तो इसलिए कहते हैं भी जो सत्संगी है उसको अगर फल अच्छा मिलता है, तो अगर वो मतलब गलती करे तो उसको सजा भी औरों से ज़्यादा मिलती है। तो जब हमें पता है जब गलत है, तो आप ये जानकारी ज़्यादा से ज़्यादा फेसबुक, ट्विटर, जो भी आप प्लेटफॉर्म यूज़ करते हैं उस प्लेटफॉर्म पे जानकारी डालें, व्हाट्सएप पे मैसेज सर्कुलेट करें, जैसे भी ये करते रहा करें। भी जो केमिकल वाला प्रसाद दे रहे हैं, मानसिक बीमारी, शारीरिक बीमारी और जो भी आपके घर में कलह कलेश जन्म लेगा इन तंत्र विद्याओं से, उसके लिए आप खुद जिम्मेदार होंगे। तो ये हम बतौर सत्संगी बता रहे हैं भी ये सब नौटंकी है, इसके पोस्ट आप बराबर डालते रहें। इजाज़त दीजिए, धन धन सतगुरु, तेरा ही।